ਸਬਸਕ੍ਰਾਈਬ ਗੁਰੂ ਜਹਾਨ। ਦੋਸਤੋ, ਜੇ ਤੁਹਾਨੂੰ ਸੱਪਾਂ ਦੇ ਨਾਲ ਭਰੇ ਹੋਏ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਅਤੇ ਅਜਿਹੇ ਵਿੱਚ ਜੇ ਤੁਹਾਡੇ ਕੋਲ ਪੇਟ ਭਰਨ ਲਈ ਸਿਰਫ ਪਾਣੀ ਹੋਵੇ ਤਾਂ ਤੁਸੀਂ ਕਿੰਨੇ ਦਿਨ ਤੱਕ ਜਿਉਂਦੇ ਰਹਿ ਸਕਦੇ ਹੋ? ਦੋਸਤੋ, ਐਡਵੈਂਚਰ ਸਪੋਰਟਸ ਦੇ ਲਈ ਤੁਸੀਂ ਉੱਚੇ ਪਹਾੜਾਂ ਤੋਂ ਛਾਲਾਂ ਲਗਾਉਂਦੇ ਹੋ, ਪਰ ਅਜਿਹੇ ਵਿੱਚ ਜੇ ਤੁਸੀਂ ਹਜ਼ਾਰਾਂ ਫੁੱਟ ਡੂੰਘੇ ਥੱਲੇ ਜੰਗਲਾਂ ਵਿੱਚ ਜਾ ਡਿੱਗੇ ਤਾਂ ਤੁਹਾਡੀ ਕੀ ਹਾਲਤ ਹੋਵੇਗੀ, ਇਹ ਤੁਸੀਂ ਖੁਦ ਸੋਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਇਨਸਾਨ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਐਮਾਜ਼ਨ ਜੰਗਲਾਂ ਵਿੱਚ ਡਿੱਗਿਆ ਅਤੇ ਹਜ਼ਾਰਾਂ ਹੀ ਖਤਰਿਆਂ ਨੂੰ ਝੱਲਦਾ ਹੋਇਆ ਜਿੰਦਾ ਵੀ ਬਚ ਗਿਆ। ਇਹ ਕਹਾਣੀ ਹੈ 17 ਸਾਲ ਦੀ ਇੱਕ ਕੁੜੀ ਦੀ ਜਿਸ ਦਾ ਨਾਮ ਜੁਲੀਆਨਾ ਹੈ। ਉਸ ਦਾ ਜਨਮ 10 ਅਕਤੂਬਰ 1954 ਦੇ ਵਿੱਚ ਹੋਇਆ ਸੀ। ਉਹ ਜਰਮਨ ਸੀ ਅਤੇ ਉਸ ਦੇ ਮਾਤਾ-ਪਿਤਾ ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਇੱਕ ਮਿਊਜ਼ੀਅਮ ਵਿੱਚ ਕੰਮ ਕਰਦੇ ਸੀ। ਜਦੋਂ ਜੁਲੀਆਨਾ 14 ਸਾਲ ਦੀ ਹੋਈ ਤਾਂ ਉਸ ਦੇ ਮਾਪਿਆਂ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਇੱਕ ਰਿਸਰਚ ਸੈਂਟਰ ਬਣਾਇਆ। ਹੁਣ ਜੁਲੀਆਨਾ ਆਪਣੇ ਮਾਪਿਆਂ ਦੇ ਨਾਲ ਜ਼ਿਆਦਾਤਰ ਰਿਸਰਚ ਟ੍ਰਿਪਾਂ ਉੱਤੇ ਜਾਣ ਲੱਗ ਪਈ। ਹਾਲਾਂਕਿ 2 ਸਾਲਾਂ ਬਾਅਦ ਐਜੂਕੇਸ਼ਨਲ ਅਥਾਰਟੀ ਦੇ ਦਬਾਅ ਕਰਕੇ ਜੁਲੀਆਨਾ ਨੂੰ ਵਾਪਸ ਲੀਮਾ ਸ਼ਹਿਰ ਜਾਣਾ ਪਿਆ ਅਤੇ ਉੱਥੋਂ ਹੀ ਉਸਨੇ ਆਪਣੀ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਦਸੰਬਰ 1971 ਦੇ ਵਿੱਚ ਜੁਲੀਆਨਾ ਦੀ ਮਾਂ ਉਸ ਨੂੰ ਵਾਪਸ ਲੈਣ ਆਈ, ਪਰ ਦੋਸਤੋ ਕ੍ਰਿਸਮਸ ਦੇ ਕਰਕੇ ਜ਼ਿਆਦਾਤਰ ਫਲਾਈਟਸ ਬੁੱਕ ਸੀ, ਜਿਸ ਕਰਕੇ ਉਹਨਾਂ ਨੂੰ ਲਾਂਸਾ 에ਅਰਲਾਈਨ ਲੈਣੀ ਪਈ। ਇਸ ਕੰਪਨੀ ਦਾ ਸੇਫਟੀ ਰਿਕਾਰਡ ਬਹੁਤ ਹੀ ਬੁਰਾ ਸੀ। ਅਗਲੇ ਦਿਨ 24 ਦਸੰਬਰ ਦੀ ਦੁਪਹਿਰ ਲਾਂਸਾ 에ਅਰਲਾਈਨ ਦੀ ਡੋਮੈਸਟਿਕ ਫਲਾਈਟ ਨੰਬਰ 508 ਨੇ ਲੀਮਾ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਪੇਰੂ ਦੇ ਹੀ ਦੂਸਰੇ ਸ਼ਹਿਰ ਲਈ ਉਡਾਨ ਭਰੀ ਅਤੇ ਰਸਤੇ ਦੇ ਵਿੱਚ ਇਸਨੇ ਇੱਕ ਸਟਾਪ ਵੀ ਲੈਣਾ ਸੀ। ਇਸ ਜਹਾਜ਼ ਦੀ ਪਹਿਲੇ 70 ਮਿੰਟ ਦੀ ਉਡਾਨ ਤਾਂ ਬਿਲਕੁਲ ਨਾਰਮਲ ਰਹੀ, ਪਰ ਯਾਤਰਾ ਦਾ ਅਗਲਾ ਹਿੱਸਾ ਇਤਿਹਾਸ ਬਣ ਗਿਆ। ਹੁਣ ਇਹ ਜਹਾਜ਼ ਬਿਜਲੀ ਅਤੇ ਹਨੇਰੀ ਦੀ ਲਪੇਟ ਵਿੱਚ ਆ ਗਿਆ। ਥੋੜੇ ਸਮੇਂ ਦੇ ਵਿੱਚ ਹੀ ਜਹਾਜ਼ ਦੇ ਵਿੱਚ ਟਰਬੂਲੈਂਸ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ। ਹੁਣ ਲੋਕਾਂ ਦਾ ਸਮਾਨ ਅਤੇ ਕ੍ਰਿਸਮਸ ਦੇ ਗਿਫਟ ਸਿਰ ਦੇ ਉੱਪਰ ਬਣੇ ਲੋਕਰਸ ਦੇ ਵਿੱਚੋਂ ਥੱਲੇ ਗਿਰਨ ਲੱਗ ਪਿਆ। ਤਦ ਅਚਾਨਕ ਹੀ ਬਿਜਲੀ ਲਸ਼ਕਣ ਲੱਗ ਪਈ ਅਤੇ ਫਲਾਈਟ ਦੇ ਸੱਜੇ ਪਾਸੇ ਦੇ ਕੋਲ ਫਿਊਲ ਟੈਂਕ ਦੇ ਵਿੱਚ ਅੱਗ ਲੱਗ ਗਈ, ਜਿਸ ਕਰਕੇ ਪਲੇਨ ਦੇ ਵਿੱਚ ਬਹੁਤ ਵੱਡਾ ਮੋਰਾ ਹੋ ਗਿਆ। ਹੁਣ ਪਲੇਨ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗ ਰਿਹਾ ਸੀ ਅਤੇ ਜ਼ਮੀਨ ਤੋਂ ਥੋੜੀ ਜਿਹੀ ਉਚਾਈ ਤੇ ਉਹ 2 ਹਿੱਸਿਆਂ ਦੇ ਵਿੱਚ ਟੁੱਟ ਗਿਆ। ਜੁਲੀਆਨਾ ਨੇ ਹੁਣ ਤੱਕ ਆਪਣੀ ਸੀਟ ਬੈਲਟ ਬੰਨੀ ਹੋਈ ਸੀ ਅਤੇ ਥੱਲੇ ਗਿਰਦੇ ਹੋਏ ਕੰਨਾਂ ਵਿੱਚ ਪੈਂਦੀ ਹਵਾ ਦੀ ਸਰਸਰਾਹਟ ਕਰਕੇ ਜੁਲੀਆਨਾ ਬੇਹੋਸ਼ ਹੋ ਗਈ। ਹੋਸ਼ ਵਿੱਚ ਆਉਣ ਤੇ ਉਸਨੇ ਆਪਣੇ ਆਪ ਨੂੰ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਪਾਇਆ ਅਤੇ ਉਹ ਬੁਰੀ ਤਰ੍ਹਾਂ ਚਿੱਕੜ ਦੇ ਵਿੱਚ ਲਿਬੜੀ ਹੋਈ ਸੀ। ਅਗਲੇ 19 ਘੰਟਿਆਂ ਤੱਕ ਉਹ ਆਪਣੇ ਐਰੋਪਲੇਨ ਦੇ ਸੀਟ ਨਾਲ ਹੀ ਲਿਪਟੀ ਰਹੀ। ਉਸ ਦੇ ਹੱਥ ਦੀ ਘੜੀ ਹਲੇ ਵੀ ਕੰਮ ਕਰ ਰਹੀ ਸੀ, ਜਿਸ ਦੇ ਵਿੱਚ ਹੁਣ ਸਵੇਰ ਦੇ 9 ਵੱਜ ਗਏ ਸੀ। ਜੁਲੀਆਨਾ ਦੇ ਨਾਲ ਲੱਗਵੀਂ ਸੀਟ ਤੇ ਉਸ ਦੀ ਮਾਂ ਬੈਠੀ ਸੀ, ਪਰ ਅਫਸੋਸ ਹੁਣ ਉਹ ਸੀਟ ਬਿਲਕੁਲ ਖਾਲੀ ਪਈ ਸੀ, ਜਿਸ ਨੂੰ ਦੇਖ ਕੇ ਜੁਲੀਆਨਾ ਬਹੁਤ ਘਬਰਾ ਗਈ ਅਤੇ ਰੋਂਦੀ ਕਰਲਾਉਂਦੀ ਆਪਣੀ ਮਾਂ ਨੂੰ ਲੱਭਣ ਲੱਗ ਪਈ। ਆਪਣੀ ਪਿਆਸ ਬੁਝਾਉਣ ਦੇ ਲਈ ਪੱਤਿਆਂ ਉੱਤੇ ਇਕੱਠੇ ਹੋਏ ਮੀਂਹ ਦੇ ਪਾਣੀ ਨੂੰ ਪੀ ਲਿਆ। ਹੁਣ ਜੁਲੀਆਨਾ ਇਸ ਜੰਗਲ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਆਪਣੇ ਕੋਲ ਬਚੇ ਇੱਕ ਸੈਂਡਲ ਨੂੰ ਅੱਗੇ ਵੱਲ ਡੇਗਦੀ ਅਤੇ ਐਦਾਂ ਹੀ ਕਰਦੀ ਉਹ ਅੱਗੇ ਵਧਦੀ ਗਈ। ਦਰਅਸਲ ਇਸ ਤਰ੍ਹਾਂ ਦੇ ਜੰਗਲਾਂ ਦੇ ਵਿੱਚ ਜ਼ਮੀਨ ਉੱਤੇ ਗਿਰੇ ਪੱਤਿਆਂ ਦੇ ਵਿੱਚ ਲੱਖਾਂ ਹੀ ਸੱਪ ਪਾਏ ਜਾਂਦੇ ਨੇ ਅਤੇ ਇਹਨਾਂ ਤੋਂ ਬਚਣ ਲਈ ਹੀ ਜੁਲੀਆਨਾ ਨੇ ਇਹ ਤਰਕੀਬ ਵਰਤੀ ਸੀ। ਉਸ ਦੇ ਕੋਲ ਖਾਣ ਦੇ ਲਈ ਸਿਰਫ ਇੱਕ ਟੌਫੀਆਂ ਦਾ ਪੈਕਟ ਸੀ ਅਤੇ ਬਰਸਾਤ ਦੇ ਮੌਸਮ ਕਰਕੇ ਜੰਗਲ ਦੇ ਦਰਖਤਾਂ ਉੱਤੇ ਖਾਣ ਲਈ ਕੋਈ ਵੀ ਫਲ ਮੌਜੂਦ ਨਹੀਂ ਸੀ ਤੇ ਨਾਲ ਹੀ ਜੁਲੀਆਨਾ ਇਹ ਵੀ ਜਾਣਦੀ ਸੀ ਕਿ ਇੱਥੇ ਬਹੁਤ ਤਰ੍ਹਾਂ ਦੇ ਜ਼ਹਿਰੀਲੇ ਦਰਖਤ ਵੀ ਨੇ। ਹੁਣ ਉਹ ਰੋਂਦੀ ਜੰਗਲ ਦੇ ਵਿੱਚ ਟੁੱਟੇ ਹੋਏ ਦਰਖਤਾਂ ਦੀਆਂ ਟਾਹਣੀਆਂ ਹੇਠੋਂ ਲੰਘਦੀ। ਥੋੜੀ ਦੂਰ ਜਾ ਕੇ ਉਸ ਨੂੰ ਇੱਕ ਨਦੀ ਦਿਖਾਈ ਦਿੱਤੀ। ਅਗਲੇ ਕਈ ਦਿਨਾਂ ਤੱਕ ਉਹ ਨਦੀ ਦੇ ਕਿਨਾਰੇ ਤੁਰਦੀ ਰਹੀ। ਰਾਤ ਦੇ ਸਮੇਂ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਜੁਲੀਆਨਾ ਕੰਬਦੀ ਜੰਗਲਾਂ ਵਿੱਚ ਹੀ ਜ਼ਮੀਨ ਉੱਤੇ ਸੌਂ ਜਾਂਦੀ ਸੀ। ਉਸ ਦੇ ਹੱਥ ਦੇ ਜ਼ਖਮ ਉੱਤੇ ਮੱਖੀਆਂ ਨੇ ਬੁਰੀ ਤਰ੍ਹਾਂ ਕੱਟ ਕੇ ਇਨਫੈਕਸ਼ਨ ਪੈਦਾ ਕਰ ਦਿੱਤੀ, ਪਰ ਹਿੰਮਤ ਨਾ ਹਾਰਦੀ ਹੋਈ ਜੁਲੀਆਨਾ ਅੱਗੇ ਵਧਦੀ ਰਹੀ। ਤਦ ਹੀ ਉਸ ਨੂੰ ਐਰੋਪਲੇਨ ਸੀਟ ਦੇ ਨਾਲ ਬਣੀਆਂ 3 ਲਾਸ਼ਾਂ ਦਿਖਾਈ ਦਿੱਤੀਆਂ। ਉਹ ਪੈਸੇਂਜਰ ਸਿਰ ਦੇ ਬਲ ਜ਼ਮੀਨ ਉੱਤੇ ਡਿੱਗੇ ਸੀ ਅਤੇ ਉਹਨਾਂ ਦੇ ਸਿਰ 1 ਫੁੱਟ ਚਿੱਕੜ ਦੇ ਵਿੱਚ ਗੜੇ ਹੋਏ ਸੀ। ਉਹਨਾਂ ਲਾਸ਼ਾਂ ਦੇ ਵਿੱਚੋਂ ਇੱਕ ਔਰਤ ਨੂੰ ਦੇਖ ਕੇ ਜੁਲੀਆਨਾ ਨੂੰ ਲੱਗਿਆ ਕਿ ਉਹ ਉਸ ਦੀ ਮਾਂ ਹੈ, ਪਰ ਉਹ ਉਸ ਦੀ ਮਾਂ ਨਹੀਂ ਸੀ ਅਤੇ ਪੂਰੇ 4 ਦਿਨਾਂ ਬਾਅਦ ਜੁਲੀਆਨਾ ਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਹੌਰਜ਼ਨ ਨਾਮ ਦੀ ਚਿੜੀ ਦੀ ਸੀ ਅਤੇ ਜੁਲੀਆਨਾ ਨੂੰ ਪਤਾ ਸੀ ਕਿ ਇਹ ਚਿੜੀ ਪਾਣੀ ਦੇ ਕਿਨਾਰੇ ਖੁੱਲੀ ਜਗ੍ਹਾ ਦੇ ਵਿੱਚ ਆਪਣਾ ਘੋਂਸਲਾ ਬਣਾਉਂਦੀ ਹੈ, ਜਿਸ ਕਰਕੇ ਉਸਨੇ ਇਸ ਆਵਾਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਰ
ਜੂਲੀਆਨਾ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਹੁਣ ਉਸ ਨੂੰ ਲੱਗਣ ਲੱਗ ਪਿਆ ਕਿ ਉਸ ਨੂੰ ਲੱਭਣ ਕੋਈ ਵੀ ਨਹੀਂ ਆਵੇਗਾ। ਪਰ ਜੰਗਲ ਦੇ ਵਿੱਚ ਝਾੜੀਆਂ ਹੋਣ ਕਰਕੇ ਜੂਲੀਆਨਾ ਨੂੰ ਜ਼ਮੀਨ ਉੱਤੇ ਤੁਰਨਾ ਬਹੁਤ ਔਖਾ ਸੀ, ਜਿਸ ਕਰਕੇ ਉਹ ਹੁਣ ਪਾਣੀ ਦੇ ਵਿੱਚ ਤੁਰਨ ਲੱਗ ਪਈ। ਪਰ ਹੁਣ ਉਸ ਨੂੰ ਲਗਾਤਾਰ ਸਟਿੰਗਰੇ ਮੱਛਲੀ ਦਾ ਡਰ ਰਹਿੰਦਾ ਸੀ। ਦੋਸਤੋ, ਇਹ ਬੇਹੱਦ ਖਤਰਨਾਕ ਮੱਛਲੀ ਹੁੰਦੀ ਹੈ ਅਤੇ ਇਸ ਦੀ ਪੂੰਛ ਦੇ ਵਿੱਚ ਡੰਗ ਹੁੰਦਾ ਹੈ ਅਤੇ ਉਸ ਦੇ ਨਾਲ ਹੀ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਸਕਦੀ ਹੈ। ਅਤੇ ਹੁਣ ਤਾਂ ਜੂਲੀਆਨਾ ਨੂੰ ਲੋਕਾਂ ਦੀਆਂ ਆਵਾਜ਼ਾਂ ਸੁਣਨ ਦਾ ਵਹਿਮ ਪੈ ਗਿਆ। ਜੂਲੀਆਨਾ ਨੂੰ ਜਾਂਦੇ ਜਾਂਦੇ ਪਾਣੀ ਦੇ ਵਿੱਚ ਖੜੀ ਇੱਕ ਕਿਸ਼ਤੀ ਦਿਖਾਈ ਦਿੱਤੀ। ਉਸ ਕਿਸ਼ਤੀ ਦੇ ਮਾਲਕ ਨੂੰ ਲੱਭਣ ਦੇ ਲਈ ਜੂਲੀਆਨਾ ਅੱਗੇ ਵਧੀ ਅਤੇ ਅੱਗੇ ਜਾ ਕੇ ਉਸ ਨੂੰ ਇੱਕ ਨਿੱਕੀ ਜਿਹੀ ਝੋਪੜੀ ਦਿਖਾਈ ਦਿੱਤੀ। ਪਰ ਉਸ ਝੋਪੜੀ ਦੇ ਵਿੱਚ ਕੋਈ ਵੀ ਨਹੀਂ ਸੀ ਅਤੇ ਜਦੋਂ ਉਸ ਝੋਪੜੀ ਦੇ ਵਿੱਚ ਕੋਈ ਵੀ ਨਹੀਂ ਆਇਆ ਤਾਂ ਜੂਲੀਆਨਾ ਉਸੇ ਝੋਪੜੀ ਦੇ ਵਿੱਚ ਸੌ ਗਈ। ਅਤੇ ਅਗਲੀ ਸਵੇਰ ਜਦੋਂ ਜੂਲੀਆਨਾ ਉੱਠੀ ਤਾਂ ਉਸ ਨੂੰ ਡੱਡੂਆਂ ਨੇ ਘੇਰਿਆ ਹੋਇਆ ਸੀ। ਉਹ ਉਹਨਾਂ ਨੂੰ ਖਾਣਾ ਚਾਹੁੰਦੀ ਸੀ ਪਰ ਉਸ ਦੇ ਵਿੱਚ ਡੱਡੂਆਂ ਨੂੰ ਫੜਨ ਦੀ ਤਾਕਤ ਨਹੀਂ ਸੀ। ਅਗਲੀ ਸ਼ਾਮ ਜੂਲੀਆਨਾ ਨੂੰ ਕਈ ਆਵਾਜ਼ਾਂ ਸੁਣਾਈ ਦਿੱਤੀਆਂ। ਉਸ ਨੂੰ ਲੱਗਿਆ ਕਿ ਇਹ ਉਸ ਦਾ ਵਹਿਮ ਹੈ। ਤਦ ਹੀ 3 ਲੱਕੜਹਾਰੇ ਝੋਪੜੀ ਦੇ ਵਿੱਚ ਆ ਗਏ। ਲੱਕੜਹਾਰਿਆਂ ਨੂੰ ਲੱਗਿਆ ਕਿ ਜੂਲੀਆਨਾ ਕੋਈ ਜਲਪਰੀ ਹੈ। ਬਾਅਦ ਵਿੱਚ ਜੂਲੀਆਨਾ ਨੇ ਆਪਣੇ ਬਾਰੇ ਉਹਨਾਂ ਲੱਕੜਹਾਰਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹਨਾਂ ਲੱਕੜਹਾਰਿਆਂ ਨੇ ਜੂਲੀਆਨਾ ਦੇ ਜ਼ਖਮਾਂ ਉੱਤੇ ਮਲਮ ਲਾਈ ਅਤੇ ਨਾਲ ਹੀ ਉਸ ਨੂੰ ਭੋਜਨ ਵੀ ਦਿੱਤਾ ਅਤੇ ਅਗਲੇ ਦਿਨ ਉਸ ਨੂੰ ਨਾਲ ਲੱਗਵੇਂ ਕਸਬੇ ਦੇ ਵਿੱਚ ਭੇਜ ਦਿੱਤਾ। ਫਿਰ ਉੱਥੋਂ ਉਸ ਨੂੰ ਪੁਕਾਲਪਾ ਦੇ ਲਈ ਰਵਾਨਾ ਕੀਤਾ ਗਿਆ। ਇੱਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਕਾਲਰ ਅਤੇ ਉਸ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਅਗਲੀ ਸਵੇਰ ਜਦੋਂ ਉਸ ਦੇ ਪਿਤਾ ਉਸ ਨੂੰ ਮਿਲੇ ਤਾਂ ਉਹ ਇੱਕ ਦੂਜੇ ਨੂੰ ਲਿਪਟ ਕੇ ਰੋਣ ਲੱਗ ਪਏ। ਇਸ ਤੋਂ ਬਾਅਦ ਜੂਲੀਆਨਾ ਦੀ ਮਦਦ ਦੇ ਨਾਲ ਪੁਲਿਸ ਅਤੇ 에ਅਰ ਫੋਰਸ ਦੀ ਟੀਮ ਨੇ ਜਹਾਜ਼ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਲੱਭਣ ਦੇ ਵਿੱਚ ਸਫਲਤਾ ਪਾ ਲਈ। ਉਸ ਹਾਦਸੇ ਦੇ ਵਿੱਚ 91 ਲੋਕ ਮਾਰੇ ਗਏ ਸੀ ਅਤੇ ਉਸ ਹਾਦਸੇ ਦੇ ਵਿੱਚੋਂ ਸਿਰਫ ਜੂਲੀਆਨਾ ਹੀ ਜਿੰਦਾ ਬਚੀ ਸੀ। ਦੋਸਤੋ, ਜੂਲੀਆਨਾ ਨੇ ਆਤਮ ਵਿਸ਼ਵਾਸ ਅਤੇ ਦ੍ਰਿੜ ਨਿਸ਼ਚੇ ਦੇ ਕਾਰਨ ਖੁਦ ਨੂੰ ਬਚਾ ਲਿਆ ਅਤੇ ਉਸ ਦੀ ਇਹ ਕਹਾਣੀ ਜੀਵਨ ਦੇ ਵਿੱਚ ਮੁਸ਼ਕਲਾਂ ਦੇ ਨਾਲ ਲੜਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਇਹ ਸੱਚੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ, ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇ ਹੋ ਸਕਦਾ ਤਾਂ ਜਾਂਦੇ ਜਾਂਦੇ ਆਪਣੇ ਗੁਰੂ ਚੌਹਾਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਈਓ। ਤਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ। Subscribe Guru Jahan.